ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਆ ਸਾਡੇ ਚੈਨਲ ਕਿਤਾਰੇ ਸਟੂਡੀਓ ਤੇ। ਕੁਝ ਟਾਈਮ ਪਹਿਲਾਂ ਅਸੀਂ ਇੱਕ ਵੀਡੀਓ ਅਪਲੋਡ ਕਰੀ ਸੀ ਜਿਹਦੇ ਵਿੱਚ ਦੱਸਿਆ ਸੀ ਕਿ ਜਦੋਂ ਤੁਸੀਂ ਕੈਨੇਡਾ ਦੇ 에ਅਰਪੋਰਟ ਤੇ ਲੈਂਡ ਕਰਦੇ ਹੋ ਤਾਂ ਕਿਹੜੀਆਂ-ਕਿਹੜੀਆਂ ਫਾਰਮੈਲਿਟੀਜ਼ ਨੇ ਤੇ ਕਿਹੜੇ-ਕਿਹੜੇ ਕੁਐਸਚਨਸ ਨੇ ਜਿਹੜੇ ਤੁਹਾਨੂੰ ਪੁੱਛੇ ਜਾਂਦੇ ਆ, ਕੀ ਡਾਕੂਮੈਂਟਸ ਨੇ ਜਿਹੜੇ ਉਸ ਟਾਈਮ ਤੁਹਾਡੇ ਤੋਂ ਮੰਗੇ ਜਾ ਸਕਦੇ ਨੇ। ਜੇ ਤੁਸੀਂ ਉਹ ਵੀਡੀਓ ਹਜੇ ਤੱਕ ਨਹੀਂ ਦੇਖੀ ਤਾਂ ਤੁਸੀਂ ਉਸ ਵੀਡੀਓ ਨੂੰ ਦੇਖ ਸਕਦੇ ਹੋ। ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਹਦਾ ਲਿੰਕ ਆ। ਐਂਡ ਜੇ ਤੁਸੀਂ ਇਸ ਚੈਨਲ ਤੇ ਨਿਊ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਆਉਣ ਵਾਲੀਆਂ ਜਿੰਨੀਆਂ ਵੀ ਇਨਫੋਰਮੇਟਿਵ ਵੀਡੀਓਜ਼ ਨੇ ਰਿਲੇਟਡ ਟੂ ਕੈਨੇਡਾ ਉਹ ਤੁਸੀਂ ਦੇਖ ਸਕੋ। ਅੱਜ ਮੈਂ ਤੁਹਾਡੇ ਨਾਲ ਡਿਸਕਸ ਕਰੂੰਗੀ ਕਿ ਕਿਵੇਂ ਜੇ ਬਾਈ ਚਾਂਸ ਜਦੋਂ ਤੁਸੀਂ 에ਅਰਪੋਰਟ ਤੇ ਲੈਂਡ ਕਰਦੇ ਹੋ, ਤੁਸੀਂ ਜਿੰਨੇ ਵੀ ਪਰਸਨਸ ਹੋ, ਜੇ ਤੁਸੀਂ PR ਬੇਸਿਸ ਤੇ ਜਾ ਰਹੇ ਹੋ ਤਾਂ ਤੁਹਾਡੇ ਤੋਂ COPR ਦੀ ਕਾਪੀ ਮੰਗੀ ਜਾਂਦੀ ਆ। ਉੱਥੇ ਜਿਹੜੇ ਆਫਿਸਰ ਬੈਠੇ ਹੁੰਦੇ ਨੇ ਜੋ ਕਿ ਤੁਹਾਡੀ ਇਮੀਗ੍ਰੇਸ਼ਨ ਦਾ ਜਿੰਨਾ ਵੀ ਕੰਮ ਕਰਦੇ ਨੇ ਉਹ ਤੁਹਾਡੇ ਤੋਂ COPR ਮੰਗਦੇ ਆ। ਅਸੀਂ 3 ਜਾਣੇ ਸੀਗੇ, ਸੋ ਸਾਡੀਆਂ ਤਿੰਨਾਂ ਦੀਆਂ 3 COPR ਸੀਗੀਆਂ। ਉਹਦੇ ਵਿੱਚ ਕੀ ਕਰਨਾ ਹੁੰਦਾ ਕਿ ਆਪਾਂ ਉਹਨਾਂ ਨੂੰ ਆਪਣੀ COPR ਦੇਣੀ ਆ, ਦੈਨ ਉਹ ਸਾਈਨ ਕਰਦੇ ਆ। ਇੱਕ COPR ਦੀ ਕਾਪੀ ਉਹ ਆਪਾਂ ਨੂੰ ਦਿੰਦੇ ਨੇ ਜਿਹਦੇ ਤੇ ਸਾਈਨ ਹੁੰਦੇ ਆ ਤੇ ਸਟੈਂਪ ਹੁੰਦੀ ਆ, ਤੇ ਦੂਸਰੀ ਜਿਹੜੀ COPR ਦੀ ਕਾਪੀ ਆ ਉਹ ਜਿਹੜੇ ਆਫਿਸਰ ਨੇ ਉਹ ਆਪਣੇ ਕੋਲ ਰੱਖਦੇ ਆ ਤੇ ਉਹਨੂੰ ਆਪਣੇ ਸਿਸਟਮ ਦੇ ਉੱਤੇ ਅਪਡੇਟ ਕਰਦੇ ਨੇ। ਸਾਡੇ ਕੇਸ 'ਚ ਕੀ ਹੋਇਆ ਸੀ, ਸਾਡੇ ਤਿੰਨਾਂ ਦੇ ਵਿੱਚੋਂ ਮੇਰੇ ਹਸਬੈਂਡ ਤੇ ਮੇਰੀ ਬੇਟੀ ਦੀ ਜਿਹੜੀ COPR ਆ ਉਹ ਉਹਨਾਂ ਨੇ ਅਪਡੇਟ ਕਰਤੀ ਸੀ, ਪਰ ਮੇਰੀ COPR ਉਹਨਾਂ ਨੇ ਅਪਡੇਟ ਨਹੀਂ ਕਰੀ ਸੀ ਤੇ ਜਿਹੜੀਆਂ ਤਿੰਨਾਂ ਦੀਆਂ ਕਾਪੀ ਸੀਗੀਆਂ ਉਹ ਸਾਨੂੰ ਦੇਤੀਆਂ ਸੀ। ਜੇ ਤੁਹਾਡੇ ਨਾਲ ਵੀ ਇੱਦਾਂ ਦਾ ਕੁਝ ਹੁੰਦਾ, ਤੁਹਾਨੂੰ ਕੈਨੇਡਾ ਜਾ ਕੇ ਲੈਂਡ ਕਰਨ ਤੋਂ ਬਾਅਦ ਜਦੋਂ ਤੁਸੀਂ ਉੱਥੇ ਰਹਿਣ ਲੱਗ ਜਾਂਦੇ ਹੋ, ਤੁਸੀਂ ਕੋਈ ਹੋਰ ਡਾਕੂਮੈਂਟਸ ਬਣਾਉਣ ਲੱਗਦੇ ਹੋ ਤੇ ਤੁਹਾਨੂੰ ਪਤਾ ਲੱਗਦਾ ਕਿ ਤੁਹਾਡੀ ਜਿਹੜੀ COPR ਆ ਉਹ ਹਜੇ ਤੱਕ ਅਪਡੇਟ ਨਹੀਂ ਹੋਈ, ਤਾਂ ਉਹਦੇ ਲਈ ਕੀ ਪ੍ਰੋਸੀਜਰ ਆ, ਕਿੰਨਾ ਤੁਹਾਨੂੰ ਟਾਈਮ ਲੱਗਦਾ, ਕੀ ਤੁਸੀਂ ਕਰਨਾ ਜਿਹਦੇ ਨਾਲ ਕਿ ਤੁਹਾਡਾ ਟਾਈਮ ਬਚ ਸਕੇ ਤੇ ਜਲਦੀ ਤੋਂ ਜਲਦੀ ਤੁਸੀਂ ਆਪਣੀ COPR ਨੂੰ ਅਪਡੇਟ ਕਰਵਾ ਸਕੋ। ਉਹ ਸਾਰੀਆਂ ਚੀਜ਼ਾਂ ਨੂੰ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ, ਕਿਉਂਕਿ ਸਾਡਾ ਜਿਹੜਾ ਕਾਫੀ ਟਾਈਮ ਲੱਗ ਗਿਆ ਸੀਗਾ COPR ਨੂੰ ਅਪਡੇਟ ਕਰਾਉਣ ਲਈ, ਬਿਕਾਜ਼ ਅਸੀਂ ਬਿਲਕੁਲ ਹੀ ਅਨਅਵੇਅਰ ਸੀਗੇ ਕਿ ਕੀ ਇਹਦਾ ਪ੍ਰੋਸੀਜਰ ਆ, ਕਿਹੜੇ ਸਟੈਪ ਸਾਨੂੰ ਕਰਨੇ ਪੈਣਗੇ। ਪਰ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਜ਼ਰੂਰ ਸਿੱਖ ਸਕਦੇ ਹੋ ਕਿ ਕਿਵੇਂ ਤੁਸੀਂ ਜਲਦੀ ਆਪਣੀ COPR ਅਪਡੇਟ ਕਰਵਾ ਸਕਦੇ ਹੋ। ਅਸੀਂ 24 ਜੁਲਾਈ ਨੂੰ ਲੈਂਡ ਕੀਤੇ ਸੀਗੇ ਕੈਨੇਡਾ, 24 ਜੁਲਾਈ 2022। ਉਸ ਤੋਂ ਬਾਅਦ ਅਸੀਂ 25 ਦਾ ਡੇ ਸੀਗਾ ਰੈਸਟ ਕੀਤੀ, ਦੈਨ 26 ਨੂੰ ਅਸੀਂ ਚਲੇ ਗਏ ਸੀਗੇ SIN ਲੈਣ ਵਾਸਤੇ। ਜਦੋਂ ਅਸੀਂ SIN ਲੈਣ ਲਈ ਗਏ ਤਾਂ ਮੇਰੇ ਹਸਬੈਂਡ ਦਾ ਜਿਹੜਾ SIN ਆ ਉਹ ਸਾਨੂੰ ਮਿਲ ਗਿਆ ਸੀ, ਬਟ ਮੇਰਾ SIN ਉਸ ਟਾਈਮ ਮੈਨੂੰ ਮਿਲਿਆ ਨਹੀਂ ਤੇ ਮੈਨੂੰ ਉੱਥੇ ਸਰਵਿਸ ਕੈਨੇਡਾ ਦੇ ਆਫਿਸ ਦੇ ਵਿੱਚ ਦੱਸਿਆ ਗਿਆ ਸੀ ਕਿ ਤੁਹਾਡੀ ਸ਼ਾਇਦ ਇਨਫੋਰਮੇਸ਼ਨ ਜਿਹੜੀ ਆ ਉਹ ਸਾਡੇ ਸਿਸਟਮ ਦੇ ਉੱਤੇ ਅਪਡੇਟ ਨਹੀਂ ਹੋਈ, ਵੀਕਐਂਡ ਆ ਗਿਆ ਸੀ ਉਹਦੇ ਕਰਕੇ, ਤੇ ਤੁਸੀਂ 2-3 ਦਿਨ ਵੇਟ ਕਰਕੇ ਆਇਓ। ਸੋ ਅਸੀਂ ਉੱਦਾਂ ਹੀ ਕੀਤਾ, ਅਸੀਂ 2-3 ਦਿਨ ਵੇਟ ਕੀਤੀ, ਦੈਨ ਆਈ ਵਿਜ਼ਿਟਡ ਦ ਆਫਿਸ ਅਗੇਨ, ਬਟ ਫਿਰ ਮੈਨੂੰ ਉਹੀ ਜਵਾਬ ਮਿਲਿਆ। ਮੈਂ ਥੋੜ੍ਹਾ ਜਿਹਾ ਹੋਰ ਉਹਨਾਂ ਨੂੰ ਪੁੱਛਗਿੱਛ ਕੀਤੀ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਹੋ ਸਕਦਾ ਕਿ ਇਮੀਗ੍ਰੇਸ਼ਨ ਦੇ ਵੱਲੋਂ ਕੋਈ ਪ੍ਰੋਬਲਮ ਹੋਵੇ, ਤੁਹਾਡਾ ਕੋਈ ਡਾਕੂਮੈਂਟ ਅਪਲੋਡ ਨਹੀਂ ਹੋਇਆ, ਬਟ ਉਹਨਾਂ ਨੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਦੱਸੀ ਕਿ ਇਹ ਪ੍ਰੋਸੈਸ ਜਿਹੜਾ ਕਿਵੇਂ ਕਰਨਾ। ਉਹਨਾਂ ਨੇ ਮੈਨੂੰ ਇੱਕ ਨੰਬਰ ਦੇਤਾ, ਉਹ ਸ਼ਾਇਦ ਇਮੀਗ੍ਰੇਸ਼ਨ ਦੇ ਕਾਲ ਸੈਂਟਰ ਦਾ ਨੰਬਰ ਸੀਗਾ ਜਿੱਥੇ ਕੁਝ ਉਹਨਾਂ ਨੇ ਅਟੈਂਡੈਂਟਸ ਬਿਠਾਏ ਹੁੰਦੇ ਨੇ ਤੇ ਉਹ ਤੁਹਾਨੂੰ ਤੁਹਾਡੀ ਪ੍ਰੋਬਲਮ ਸੋਲਵ ਕਰਨ ਲਈ ਤੁਹਾਡੇ ਨਾਲ ਗੱਲ ਕਰਦੇ ਨੇ। ਸੋ ਮੈਂ ਉੱਦਾਂ ਹੀ ਕੀਤਾ, ਮੈਂ ਉਸ ਨੰਬਰ 'ਤੇ ਕਾਲ ਕੀਤੀ। ਬਟ ਇੱਕ ਡਰਾਬੈਕ ਆ ਕੈਨੇਡਾ ਦੇ ਵਿੱਚ ਕਿ ਜਦੋਂ ਵੀ ਆਪਾਂ ਕਿਸੇ ਇੱਦਾਂ ਦੇ ਕੰਮ ਲਈ ਕਾਲ ਕਰਦੇ ਹਾਂ, ਜੋ ਵੀ ਨੰਬਰ ਆਪਾਂ ਨੂੰ ਪ੍ਰੋਵਾਈਡਡ ਹੁੰਦੇ ਨੇ, ਔਨਲਾਈਨ ਵੀ ਨੰਬਰ ਪਏ ਹੁੰਦੇ ਆ, ਬਟ ਮੈਨੂੰ ਸਰਵਿਸ ਕੈਨੇਡਾ ਵਾਲਿਆਂ ਨੇ ਵੀ ਦੇਤਾ ਸੀ ਤੇ ਮੈਂ ਉਹਦੇ 'ਤੇ ਜਦੋਂ ਕਾਲ ਕੀਤੀ ਤਾਂ ਮੈਨੂੰ 2 ਤੋਂ 2.5 ਘੰਟੇ ਜਿਹੜੀ ਵੇਟਿੰਗ ਸ਼ੋ ਹੋ ਰਹੀ ਸੀ, ਬਟ ਅਨਫੋਰਚੂਨੇਟਲੀ ਮੈਨੂੰ ਉਹ ਵੇਟ ਕਰਨੀ ਹੀ ਪੈਣੀ ਸੀ ਕਿਉਂਕਿ ਆਈ ਵਾਜ਼ ਹੈਵਿੰਗ ਨੋ ਅਦਰ ਆਪਸ਼ਨ। ਤੇ 2.5 ਘੰਟੇ ਵੇਟ ਕਰਨ ਤੋਂ ਬਾਅਦ ਮੇਰੇ ਲਈ ਕਾਫੀ ਮੁਸ਼ਕਿਲ ਸੀ ਉਹ ਟਾਈਮ, ਕਿਉਂਕਿ ਇੱਕ ਬੱਚੇ ਦੇ ਨਾਲ 2.5 ਘੰਟੇ ਕਾਲ 'ਤੇ ਵੇਟ ਕਰਨੀ। 1-2 ਜਣਿਆਂ ਨੇ ਮੇਰੇ ਨਾਲ ਗੱਲ ਕੀਤੀ, ਉਸ ਤੋਂ ਬਾਅਦ ਜਿਹੜੇ ਫਾਈਨਲ ਜਿਹੜੇ ਪਰਸਨ ਨੇ ਮੇਰੇ ਨਾਲ ਗੱਲ ਕੀਤੀ ਉਹਨਾਂ ਨੇ ਮੇਰੀ ਗੱਲ ਸੁਣੀ। ਮੈਂ ਉਹਨਾਂ ਨੂੰ ਦੱਸਿਆ ਕਿ ਇਸ ਤਰ੍ਹਾਂ ਮੈਨੂੰ ਪ੍ਰੋਬਲਮ ਆ ਰਹੀ ਆ ਤੇ ਉਹ ਮੈਨੂੰ ਕਹਿੰਦੇ ਕਿ ਵੀ ਕੈਨੋਟ ਡੂ ਐਨੀਥਿੰਗ, ਯੂ ਹੈਵ ਟੂ ਵੇਟ ਫॉर 3 or 4 ਵੀਕਸ। ਮੈਂ ਉਸ ਟਾਈਮ ਉਹਨਾਂ ਨੂੰ ਇਹ ਪੁੱਛਿਆ ਕਿ ਇਹ ਕਾਫੀ ਲੰਬਾ ਟਾਈਮ ਆ, ਬਿਕਾਜ਼ ਜਦ ਤੱਕ ਮੈਨੂੰ SIN ਨਹੀਂ ਮਿਲਦਾ ਉਦੋਂ ਤੱਕ ਸਾਡੀ ਬੇਟੀ ਦਾ ਜਿਹੜਾ CCB ਆ ਉਹ ਅਸੀਂ ਅਪਲਾਈ ਨਹੀਂ ਕਰ ਸਕਦੇ ਸੀ। ਕੈਨੇਡਾ ਚਾਈਲਡ ਕੇਅਰ ਬੈਨੀਫਿਟ ਆ ਜਿਹੜਾ ਉਹ ਤੁਹਾਨੂੰ ਤਾਂ ਹੀ ਮਿਲਦਾ ਵਾ ਜੇ ਮਦਰ ਦਾ ਜਿਹੜਾ SIN ਨੰਬਰ ਆ ਉਹਦੇ ਕੋਲ ਹੋਵੇ, ਬਿਕਾਜ਼ ਜਿੰਨੀ ਵੀ ਅਮਾਊਂਟ ਆ CCB ਦੀ ਉਹ ਸਾਰੀ ਮਦਰ ਦੇ ਅਕਾਊਂਟ 'ਚ ਹੀ ਆਉਣੀ ਹੁੰਦੀ ਆ। ਤੇ ਹੋਰ ਵੀ ਕਾਫੀ ਸਾਰੀਆਂ ਚੀਜ਼ਾਂ ਨੇ, ਤੁਸੀਂ ਕਿਸੇ ਜੋਬ ਲਈ ਅਪਲਾਈ ਨਹੀਂ ਕਰ ਸਕਦੇ, ਜਾਂ ਹੋਰ ਬਹੁਤ ਸਾਰੇ ਡਾਕੂਮੈਂਟਸ ਇੱਦਾਂ ਦੇ ਨੇ ਜਿਹੜੇ ਕਿ SIN ਨੰਬਰ ਤੋਂ ਬਿਨਾਂ ਬਣਦੇ ਨਹੀਂ, ਤੇ SIN ਮੈਨੂੰ ਤਾਂ ਹੀ ਮਿਲਣਾ ਸੀ ਜੇ ਮੇਰੀ COPR ਅਪਡੇਟ ਹੁੰਦੀ। ਬਟ ਉਸ ਟਾਈਮ ਮੈਂ ਕੁਝ ਕਰ ਨਹੀਂ ਸਕੀ, ਨਾ ਹੀ ਮੈਂ ਜ਼ਿਆਦਾ ਕੁਐਸਚਨ ਕੀਤਾ। ਆਈ ਵਾਜ਼ ਲਾਈਕ ਓਕੇ 3-4 ਵੀਕਸ ਆਪਾਂ ਵੇਟ ਕਰ ਲੈਂਦੇ ਹਾਂ ਤੇ ਮੈਨੂੰ ਜਿਹੜਾ ਮੇਰਾ SIN ਆ ਉਸ ਤੋਂ ਬਾਅਦ ਮਿਲ ਜੂਗਾ।
ਇੱਥੇ ਸਾਡੇ ਤੋਂ ਗਲਤੀ ਇਹ ਹੋਈ ਕਿ ਅਸੀਂ ਥੋੜ੍ਹਾ ਜਿਹਾ ਹੋਰ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਜਾਂ ਫਿਰ ਥੋੜ੍ਹਾ ਜਿਹਾ ਹੋਰ ਕੁਐਸਚਨਿੰਗ ਕਰਕੇ ਉਹਨਾਂ ਨੂੰ ਪ੍ਰੋਸੈਸ ਪੁੱਛਣਾ ਸੀ ਕਿ ਕਿਵੇਂ ਅਸੀਂ ਜਲਦੀ ਤੋਂ ਜਲਦੀ ਜਿਹੜਾ ਆਪਣਾ COPR ਉਹਨੂੰ ਅਪਡੇਟ ਕਰਵਾ ਸਕਦੇ ਹਾਂ, ਜਾਂ ਅਸੀਂ ਕਿਹੜੇ ਹੋਰ ਨੰਬਰ 'ਤੇ ਕਾਲ ਕਰੀਏ, ਕਿਹੜੇ ਆਫਿਸ ਨੂੰ ਕੰਟੈਕਟ ਕਰੀਏ ਜਿੱਥੇ ਜਾ ਕੇ ਸਾਨੂੰ ਇਹ ਜਿਹੜੀ ਆ ਇਨਫੋਰਮੇਸ਼ਨ ਮਿਲ ਸਕੇ। ਸੋ ਦਿਸ ਵਾਜ਼ ਆਰ ਫਰਸਟ ਮਿਸਟੇਕ, ਕਿਉਂਕਿ ਇਹਦੇ ਕਰਕੇ ਹੀ ਅਸੀਂ 1 ਮਹੀਨਾ ਵੇਟ ਕੀਤੀ। 1 ਮਹੀਨਾ ਹੋਰ ਮਤਲਬ 26 ਜੁਲਾਈ ਤੋਂ ਬਾਅਦ ਅਸੀਂ 1 ਮੰਥ ਵੇਟ ਕਰੀ। ਉਸ ਤੋਂ ਬਾਅਦ ਅਸੀਂ ਇਸ ਨੰਬਰ 'ਤੇ ਕਾਲ ਕਰਨ ਦੀ ਜਗ੍ਹਾ 'ਤੇ ਅਸੀਂ ਅਗੇਨ ਸਰਵਿਸ ਕੈਨੇਡਾ ਗਏ। ਮੈਂ ਆਪਣੀ ਬੇਟੀ ਨੂੰ ਲੈ ਕੇ ਮੈਂ ਗਈ ਸਰਵਿਸ ਕੈਨੇਡਾ ਦੇ ਆਫਿਸ, ਅਤੇ ਉੱਥੇ ਜਾ ਕੇ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਦੈਨ ਸੇਮ ਉਹਨਾਂ ਦਾ ਇਹੀ ਰਿਪਲਾਈ ਸੀ ਕਿ ਤੁਹਾਡੀ ਜਿਹੜੀ ਇਨਫੋਰਮੇਸ਼ਨ ਆ ਉਹ ਸਾਡੇ ਸਿਸਟਮ ਦੇ ਵਿੱਚ ਅਪਡੇਟਡ ਨਹੀਂ ਹੈਗੀ। ਦੈਨ ਮੈਂ ਉਹਨਾਂ ਨੂੰ ਪੁੱਛਿਆ ਕਿ ਇਹਦਾ ਕੀ ਸੋਲਿਊਸ਼ਨ ਆ, ਵੀ ਮੈਨੂੰ ਇਹਦਾ ਸੋਲਿਊਸ਼ਨ ਦੱਸੋ, ਵਾਟ ਕੈਨ ਆਈ ਡੂ। ਦੇ ਵਰ ਅਨਅਵੇਅਰ, ਉਹਨਾਂ ਨੂੰ ਨਹੀਂ ਪਤਾ ਸੀਗਾ ਕਿ ਕੀ ਕਰਨਾ ਚਾਹੀਦਾ। ਉਹ ਕਹਿੰਦੇ ਯੂ ਜਸਟ ਹੈਵ ਟੂ ਵੇਟ। ਫਿਰ ਮੈਂ ਕਾਫੀ ਉਹਨਾਂ ਨੂੰ ਕੁਐਸਚਨਿੰਗ ਕਰੀ, ਮੈਂ ਉਹਨਾਂ ਨੂੰ ਆਪਣੀਆਂ ਪ੍ਰੋਬਲਮਸ ਦੱਸੀਆਂ ਵੀ ਮੈਂ ਜੋਬ ਨਹੀਂ ਲੈ ਸਕਦੀ ਜਾਂ ਕਿੱਦਾਂ, ਅਤੇ ਉਹਨਾਂ ਨੇ ਫਿਰ ਮੈਨੂੰ ਇੱਕ ਡਾਕੂਮੈਂਟ ਦਿੱਤਾ। ਉਹ ਕਹਿੰਦੇ ਡਾਕੂਮੈਂਟ ਦਿਖਾ ਕੇ ਤੁਸੀਂ ਆਪਦੀ ਜਿਹੜੀ ਜੋਬ ਆ ਉਹ ਲੈ ਸਕਦੇ ਹੋ, ਤੁਹਾਨੂੰ ਜੋਬ ਕਰਨ ਦੇ ਵਿੱਚ ਜ਼ਿਆਦਾ ਦਿੱਕਤ ਨਹੀਂ ਆਊਗੀ। ਬਟ ਮੈਨੂੰ CCB ਤੇ ਹੋਰ ਕਾਫੀ ਸਾਰੇ ਬੈਨੀਫਿਟਸ ਨਹੀਂ ਮਿਲ ਰਹੇ ਸੀ, ਅਤੇ ਇਹਦਾ ਹੱਲ ਉਹਨਾਂ ਕੋਲੇ ਵੀ ਨਹੀਂ ਸੀ। ਉਹਨਾਂ ਨੇ ਮੇਰੀ ਜੋਬ ਲਈ ਮੈਨੂੰ ਦੇਤਾ ਇੱਕ ਲੈਟਰ, ਬਟ ਮੇਰਾ ਜਿਹੜਾ CCB ਉਹ ਕਿਵੇਂ ਆਊਗਾ ਜਾਂ ਹੋਰ ਜਿੰਨੇ ਡਾਕੂਮੈਂਟਸ ਨੇ ਉਹ ਕਿਵੇਂ ਆਉਣਗੇ, ਇਹਦੇ ਲਈ ਉਹਨਾਂ ਕੋਲੇ ਕੋਈ ਸੋਲਿਊਸ਼ਨ ਨਹੀਂ ਸੀ। ਸੋ ਮੈਂ ਵਾਪਸ ਆਈ। ਅਸੀਂ ਫਿਰ ਇਮੀਗ੍ਰੇਸ਼ਨ ਵਾਲੇ ਜਿਹੜਾ ਇਮੀਗ੍ਰੇਸ਼ਨ ਆਫਿਸ ਦਾ ਨੰਬਰ ਤਾਂ ਨਹੀਂ ਉਹ ਹੁੰਦਾ ਕਾਲ ਸੈਂਟਰ ਦਾ ਨੰਬਰ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਉੱਥੇ ਅਟੈਂਡੈਂਟਸ ਬੈਠੇ ਹੁੰਦੇ ਨੇ। ਮੈਂ ਅਗੇਨ ਉਹੀ ਨੰਬਰ 'ਤੇ ਕਾਲ ਕੀਤੀ। ਹੁਣ ਬਾਰ-ਬਾਰ ਕਾਲ ਕਰਨ ਦਾ ਇੱਕ ਡਰੋਬੈਕ ਇੱਕ ਤਾਂ ਹੈਗਾ ਕਿ ਆਪਾਂ ਨੂੰ ਵੇਟ ਬਹੁਤ ਕਰਨੀ ਪੈਂਦੀ ਆ ਕਿਸੇ ਨਾਲ ਗੱਲ ਕਰਨ ਲਈ, ਲਾਈਕ 2 ਆਵਰਸ ਔਰ 2.5 ਆਵਰਸ ਜਾਂ ਸਮਟਾਈਮਸ ਇਹ ਤੋਂ ਵੀ ਜ਼ਿਆਦਾ। ਉਹ ਡਿਪੈਂਡ ਕਰਦਾ ਕਿ ਕਿੰਨੇ ਨੰਬਰ ਆਫ ਕਾਲਸ ਉਸ ਟਾਈਮ 'ਤੇ ਉਹ ਅਟੈਂਡ ਕਰ ਰਹੇ ਨੇ। ਅਤੇ ਦੂਸਰਾ ਡਰੋਬੈਕ ਇਹ ਆ ਕਿ ਤੁਹਾਨੂੰ ਹਰ ਵਾਰ ਇੱਕ ਨਵੇਂ ਬੰਦੇ ਨਾਲ ਤੁਸੀਂ ਗੱਲ ਕਰਦੇ ਹੋ, ਅਤੇ ਤੁਹਾਨੂੰ ਹਰ ਵਾਰ ਆਪਣੀ ਜਿਹੜੀ ਸਾਰੀ ਸਟੋਰੀ ਆ ਉਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੁਬਾਰਾ ਉਹਨਾਂ ਨੂੰ ਸੁਣਾਉਣੀ ਪੈਂਦੀ ਆ, ਵਿਚ ਇਜ਼ ਅ ਕਾਈਂਡ ਆਫ ਵੇਸਟ ਆਫ ਟਾਈਮ, ਅਤੇ ਤੁਸੀਂ ਥੋੜ੍ਹਾ ਜਿਹਾ ਇਸ ਪ੍ਰੋਸੈਸ ਤੋਂ ਫਰਸਟਰੇਟ ਵੀ ਹੋ ਜਾਂਦੇ ਹੋ। ਬਟ ਮੈਨੂੰ ਅਗੇਨ ਉਹਨਾਂ ਨੇ ਇਹੀ ਕਿਹਾ ਕਿ ਅਸੀਂ ਕੁਛ ਨਹੀਂ ਕਰ ਸਕਦੇ, ਤੁਹਾਨੂੰ ਵੇਟ ਕਰਨੀ ਪਊਗੀ, ਤੁਹਾਨੂੰ ਮੇਲ ਜਾਂ ਫਿਰ ਇਸ ਨੰਬਰ 'ਤੇ ਤੁਹਾਡੇ 'ਤੇ ਕਾਲ ਕਰੀ ਜਾਊਗੀ ਇਮੀਗ੍ਰੇਸ਼ਨ ਦੇ ਕਿਸੇ ਪਰਸਨ ਦੇ ਥਰੂ, ਜਾਂ ਤੁਹਾਨੂੰ ਮੇਲ ਆਊਗੀ ਰਿਟਨ ਦੇ ਵਿੱਚ, ਜਾਂ ਫਿਰ ਤੁਹਾਡੇ ਮੋਬਾਈਲ ਨੰਬਰ 'ਤੇ ਜਿਹੜੀ ਤੁਸੀਂ ਈਮੇਲ ID ਪ੍ਰੋਵਾਈਡ ਕੀਤੀ ਆ। ਸੋ ਮੈਨੂੰ ਲੱਗਿਆ ਕਿ ਸ਼ਾਇਦ ਹੁਣ ਮੇਰਾ ਕੰਮ ਹੋ ਜਾਵੇ, ਜਿੱਥੇ 4 ਵੀਕਸ ਵੇਟ ਕੀਤੀ ਆ ਉੱਥੇ ਥੋੜ੍ਹੀ ਹੋਰ ਵੇਟ ਕਰੀਏ। ਬਟ ਇੱਥੇ ਵੀ ਸਾਡੀ ਗਲਤੀ ਸੀਗੀ। ਸਾਨੂੰ ਉਹਨਾਂ ਨੂੰ ਇਹੀ ਕਹਿਣਾ ਚਾਹੀਦਾ ਸੀ ਕਿ ਸਾਨੂੰ ਇਮੀਡੀਏਟ ਕੋਈ ਐਕਸ਼ਨ ਸਾਡੇ ਇਸ ਕੇਸ 'ਤੇ ਤੁਸੀਂ ਲਓ, ਤਾਂ ਕਿ ਜਲਦੀ ਤੋਂ ਜਲਦੀ ਜਿਹੜਾ ਵਾ ਮੇਰੀ COPR ਅਪਡੇਟ ਹੋ ਸਕੇ। ਸੋ ਦਿਸ ਵਾਜ਼ ਆਰ ਸੈਕਿੰਡ ਮਿਸਟੇਕ। ਦੈਟ ਮੀਨਸ ਹੁਣ ਸਾਨੂੰ 1 ਮੰਥ ਤੋਂ ਵੀ ਜ਼ਿਆਦਾ ਟਾਈਮ ਹੋ ਗਿਆ ਸੀ ਅਤੇ ਅਸੀਂ ਵੇਟ ਕਰ ਰਹੇ ਸੀ, ਜੋ ਕਿ ਤੁਸੀਂ ਨਹੀਂ ਕਰਨੀ। ਤੁਸੀਂ ਇਸ ਚੀਜ਼ ਤੋਂ ਇਹ ਸਿੱਖੋ ਕਿ ਜਦੋਂ ਤੁਸੀਂ ਫਸਟ ਟਾਈਮ ਕਾਲ ਕਰਦੇ ਹੋ ਉਦੋਂ ਹੀ ਤੁਸੀਂ ਉਹਨਾਂ ਨੂੰ ਪ੍ਰੋਸੈਸ ਪੁੱਛੋ, ਉਹਨਾਂ ਨੂੰ ਦੱਸੋ ਕਿ ਸਾਨੂੰ ਆਹ ਬੈਨੀਫਿਟਸ ਨਹੀਂ ਮਿਲਣੇ ਹੈਗੇ, ਇਸ ਲਈ ਜ਼ਰੂਰੀ ਆ ਕਿ ਜਲਦੀ ਤੋਂ ਜਲਦੀ ਜਿਹੜੀ ਸਾਡੀ COPR ਉਹ ਅਪਡੇਟ ਹੋ ਸਕੇ। ਕਿਉਂਕਿ ਸਰਵਿਸ ਕੈਨੇਡਾ ਨੇ ਜਿਹੜੀ ਤੁਹਾਡੀ COPR ਆ ਅਪਡੇਟ ਨਹੀਂ ਕਰਨੀ, ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਸੀਗਾ, ਇਸ ਕਰਕੇ ਅਸੀਂ ਬਾਰ-ਬਾਰ ਸਰਵਿਸ ਕੈਨੇਡਾ ਦੇ ਜਿਹੜੇ ਆਫਿਸ ਆ ਗੇੜੇ ਮਾਰ ਰਹੇ ਸੀ। ਅਤੇ ਇੱਕ ਹੋਰ ਡਰੋਬੈਕ ਵੀ ਆ, ਰਜਾਈਨਾ ਦੇ ਵਿੱਚ ਇਮੀਗ੍ਰੇਸ਼ਨ ਦਾ ਕੋਈ ਆਫਿਸ ਨਹੀਂ ਸੀਗਾ। ਇਮੀਗ੍ਰੇਸ਼ਨ ਦਾ ਜਿਹੜਾ ਆਫਿਸ ਆ ਸਸਕੈਚੁਅਨ ਦਾ, ਉਹ ਸੈਸਕਾਟੂਨ ਦੇ ਵਿੱਚ ਆ। ਸੈਸਕਾਟੂਨ ਜਾਣ ਨੂੰ ਸਾਨੂੰ ਕਾਫੀ ਟਾਈਮ ਲੱਗਣਾ ਸੀਗਾ, 4 to 5 ਆਵਰਸ ਵੀ ਲੱਗ ਸਕਦੇ ਸੀਗੇ। ਨਾ ਹੀ ਉਸ ਟਾਈਮ ਸਾਡੇ ਕੋਲ ਆਪਣੀ ਕਾਰ ਸੀ ਕਿ ਅਸੀਂ ਲੈ ਕੇ ਚਲੇ ਜਾਈਏ, ਅਤੇ ਇੱਕ ਛੋਟੇ ਬੱਚੇ ਨਾਲ ਕਿਸੇ ਹੋਰ ਪਬਲਿਕ ਟਰਾਂਸਪੋਰਟ 'ਤੇ ਇੰਨਾ ਲੰਬਾ ਟਰੈਵਲ ਕਰਨਾ ਬਹੁਤ ਮੁਸ਼ਕਿਲ ਆ। ਸੋ ਅਸੀਂ ਜਾ ਨਹੀਂ ਪਾਏ ਇਮੀਗ੍ਰੇਸ਼ਨ ਦੇ ਆਫਿਸ। ਜਦੋਂ ਮੈਂ 3rd ਟਾਈਮ ਸਰਵਿਸ ਕੈਨੇਡਾ ਦੇ ਆਫਿਸ ਤੋਂ ਵਾਪਸ ਆਈ ਸੀ ਅਤੇ ਇਮੀਗ੍ਰੇਸ਼ਨ ਵਾਲਿਆਂ ਨਾਲ ਇਮੀਗ੍ਰੇਸ਼ਨ ਦਾ ਜਿਹੜਾ ਨੰਬਰ ਦਿੱਤਾ ਸੀਗਾ ਉਹਦੇ 'ਤੇ ਜਦੋਂ ਮੈਂ ਗੱਲ ਕੀਤੀ, ਤਾਂ ਇਸ ਵਿੱਚ ਹੀ ਮੈਨੂੰ ਇੱਕ ਮੇਲ ਆਉਂਦੀ ਆ ਜੋ ਕਿ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਤੋਂ ਆਉਂਦੀ ਆ, ਅਤੇ ਉਹ ਮੇਲ ਦੇ ਵਿੱਚ ਲਿਖਿਆ ਹੁੰਦਾ ਕਿ ਤੁਸੀਂ ਦਸੰਬਰ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਲੈਂਡ ਕਰਨਾ। ਜੇ ਤੁਸੀਂ ਦਸੰਬਰ ਤੱਕ ਨਹੀਂ ਆਉਂਦੇ ਤਾਂ ਤੁਹਾਨੂੰ ਕੁਝ ਪ੍ਰੋਸੈਸ ਆ ਜਿਹੜੇ ਉਹ ਦੁਬਾਰਾ ਕਰਨੇ ਪੈਣਗੇ। ਸੋ ਦੈਟ ਵਾਜ਼ ਅ ਕਾਈਂਡ ਆਫ ਸ਼ੌਕ ਫॉर ਮੀ, ਕਿਉਂਕਿ ਮੇਰੇ ਕੋਲੇ ਮੇਰਾ ਪਾਸਪੋਰਟ ਆ, ਮੈਂ ਆਪਣਾ ਫ਼ੋਨ ਨੰਬਰ ਲੈ ਚੁੱਕੀ ਹਾਂ ਕੈਨੇਡਾ ਦੇ ਵਿੱਚ, ਅਤੇ ਅਸੀਂ ਰੈਂਟ 'ਤੇ ਰਹਿ ਰਹੇ ਸੀ। ਸਾਨੂੰ 1.5 ਮੰਥ ਹੋ ਗਿਆ ਸੀ ਉੱਥੇ ਰਹਿੰਦੇ ਹੋਏ, ਅਤੇ 1.5 ਮਹੀਨੇ ਬਾਅਦ ਮੈਨੂੰ ਕੈਨੇਡਾ ਦੇ ਵੱਲੋਂ ਹੀ ਇੱਕ ਮੇਲ ਆਉਂਦੀ ਆ ਕਿ ਤੁਸੀਂ ਇੱਥੇ ਹਜੇ ਲੈਂਡ ਹੀ ਨਹੀਂ ਕਰੇ। ਇਹ ਕਾਫੀ ਸ਼ੌਕਿੰਗ ਨਿਊਜ਼ ਹੁੰਦੀ ਆ, ਹੈ ਨਾ, ਕਿਸੇ ਵੀ ਪਰਸਨ ਦੇ ਲਈ।
ਤੇ ਸਾਨੂੰ ਇਦਾਂ ਲੱਗ ਰਿਹਾ ਸੀ ਕਿ ਸ਼ਾਇਦ ਹੁਣ ਸਾਨੂੰ ਜ਼ਿਆਦਾ ਪ੍ਰੋਬਲਮ ਹੋਣ ਵਾਲੀ ਆ, ਕਿਉਂਕਿ ਉਹਨਾਂ ਦੇ ਕੋਲੇ ਮੇਰੀ ਲੈਂਡਿੰਗ ਦੀ ਇਨਫੋਰਮੇਸ਼ਨ ਹੀ ਨਹੀਂ ਹੈਗੀ। ਬਟ ਸਾਨੂੰ ਨਹੀਂ ਪਤਾ ਸੀ ਕਿ ਅਸੀਂ ਕਿਹਦੇ ਨਾਲ ਕੰਟੈਕਟ ਕਰੀਏ। ਫਿਰ ਸਮ ਹਾਓ ਮੈਂ CBSA ਦਾ ਜਦੋਂ ਸਰਚ ਕੀਤਾ, ਕੁਛ ਉੱਥੇ ਔਨਲਾਈਨ ਨੰਬਰਸ ਪਏ ਹੁੰਦੇ ਨੇ, ਇੱਦਾਂ ਹੀ ਕੁਛ ਅਟੈਂਡੈਂਟਸ ਹੁੰਦੇ ਆ ਜਿਹੜੇ ਤੁਹਾਡੇ ਨਾਲ ਗੱਲ ਕਰਦੇ ਆ ਅਤੇ ਤੁਹਾਨੂੰ ਗਾਈਡ ਕਰ ਦਿੰਦੇ ਆ। ਮੈਂ CBSA ਦੇ ਵਿੱਚ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਦੇ ਵਿੱਚ ਵੀ 2 ਵਾਰੀ ਕਾਲ ਕੀਤੀ, ਬਟ ਉਹ ਆਪਾਂ ਨੂੰ ਗਾਈਡ ਨਹੀਂ ਕਰਦੇ। ਸੋ ਮੈਂ ਤੁਹਾਨੂੰ ਇਹ ਕਹਿਣਾ ਚਾਹੂੰਗੀ ਕਿ ਸਮਟਾਈਮਸ ਤੁਸੀਂ ਨਵੀਂ ਕੰਟਰੀ ਦੇ ਵਿੱਚ ਜਾ ਕੇ ਸਟਕ ਹੋ ਜਾਂਦੇ ਹੋ ਕਿ ਅਸੀਂ ਕੀ ਕਰੀਏ। ਇਹ ਸਾਰੇ ਪ੍ਰੋਸੀਜਰਸ ਤੁਹਾਨੂੰ ਨਾ ਕਰਨੇ ਪੈਣ, ਤੁਹਾਨੂੰ ਇੰਨਾ ਜ਼ਿਆਦਾ ਟਾਈਮ ਨਾ ਵੇਸਟ ਕਰਨਾ ਪਵੇ। ਇਸ ਕਰਕੇ ਮੈਂ ਤੁਹਾਨੂੰ ਕਹਿੰਦੀ ਹਾਂ ਕਿ ਇਹ ਕੰਮ ਸਿਰਫ ਇਮੀਗ੍ਰੇਸ਼ਨ ਦਾ ਅਸੀਂ ਫਸ ਚੁੱਕੇ ਸੀ, ਕਿਉਂਕਿ ਇਮੀਗ੍ਰੇਸ਼ਨ ਆਫਿਸ ਸਾਡੇ ਨੇੜੇ ਨਹੀਂ ਸੀਗਾ। ਸੋ ਇੱਦਾਂ ਹੀ ਚੱਲਦਾ ਰਿਹਾ। ਮੈਂ 2 ਵਾਰ CBSA ਕਾਲ ਕੀਤੀ, ਉਹ ਕਹਿੰਦੇ ਕਿ ਅਸੀਂ ਕੁਛ ਨਹੀਂ ਕਰ ਸਕਦੇ, ਇਹ ਸਾਰਾ ਕੰਮ ਇਮੀਗ੍ਰੇਸ਼ਨ ਦਾ। ਬਟ ਇਮੀਗ੍ਰੇਸ਼ਨ ਵਾਲੇ ਜ਼ਿਆਦਾ ਗੱਲ ਸੁਣ ਨਹੀਂ ਰਹੇ ਸੀ। ਆਪਾਂ ਇੰਡੀਆ ਦੇ ਵਿੱਚ ਬੈਠ ਕੇ ਤਾਂ ਇਹ ਚੀਜ਼ ਸਾਰੇ ਐਕਸਪੈਕਟ ਕਰਦੇ ਹਾਂ ਕਿ ਗਵਰਨਮੈਂਟ ਦੇ ਕੰਮ ਦੇ ਵਿੱਚ ਕਿੰਨਾ ਟਾਈਮ ਲੱਗਦਾ, ਬਟ ਕੈਨੇਡਾ ਦੇ ਵਿੱਚ ਬੈਠ ਕੇ ਆਪਾਂ ਐਕਸਪੈਕਟ ਨਹੀਂ ਕਰ ਸਕਦੇ, ਇੰਨੀ ਡਿਵੈਲਪਡ ਕੰਟਰੀ ਆ। ਬਟ ਕਈ ਵਾਰ ਉੱਥੇ ਵੀ ਇੱਦਾਂ ਹੁੰਦਾ, ਬਹੁਤ ਵਾਰ ਹੁੰਦਾ, ਕਿਉਂਕਿ ਹੁਣ ਉੱਥੇ ਪਾਪੂਲੇਸ਼ਨ ਇਨਕਰੀਜ਼ ਹੋ ਚੁੱਕੀ ਆ ਅਤੇ ਤੁਹਾਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ। ਦੈਨ ਮੈਂ ਆਪਣੇ ਕੁਛ ਰਿਲੇਟਿਵਸ ਦੇ ਨਾਲ ਕੰਸਲਟ ਕੀਤਾ, ਇੱਕ ਲਾਇਰ ਨਾਲ ਵੀ ਕੰਸਲਟ ਕੀਤਾ। ਹੁਣ ਸਾਨੂੰ ਇਹ ਤਾਂ ਪਤਾ ਸੀ ਕਿ ਅਸੀਂ ਇਮੀਗ੍ਰੇਸ਼ਨ ਆਫਿਸ ਨਹੀਂ ਜਾ ਸਕਦੇ। ਦੈਨ ਅਸੀਂ ਸੋਚਿਆ ਕਿ ਕਿਉਂ ਨਾ ਬਾਰਡਰ 'ਤੇ ਚੱਲੀਏ। ਜਿਹੜਾ ਸਸਕੈਚੁਅਨ ਦਾ ਬਾਰਡਰ ਆ ਉਹ ਥੋੜ੍ਹਾ ਜਿਹਾ ਸੈਸਕਾਟੂਨ ਨਾਲੋਂ ਸਾਨੂੰ ਨੇੜੇ ਪੈਂਦਾ ਸੀ, ਵੀ ਉੱਥੇ ਜਾ ਕੇ ਆਪਾਂ ਆਪਣੀ ਜਿਹੜੀ COPR ਅਪਡੇਟ ਕਰਵਾ ਦਿੰਦੇ ਹਾਂ। ਬਟ ਮੈਨੂੰ ਜਿਹੜੇ ਸਾਡੇ ਲਾਇਰ ਨੇ ਉਹਨਾਂ ਨੇ ਗਾਈਡ ਕੀਤਾ ਕਿ ਜੇ ਤੁਸੀਂ ਇੱਦਾਂ ਕਰੋਗੇ ਤਾਂ ਤੁਹਾਨੂੰ ਹੋ ਸਕਦਾ ਕੰਟਰੀ ਦੇ ਵਿੱਚ ਦੁਬਾਰਾ ਐਂਟਰ ਕਰਨਾ ਪਵੇ। ਦਿਸ ਇਜ਼ ਨਾਟ ਅ ਰਾਈਟ ਸਟੈਪ। ਫਿਰ ਉਸ ਤੋਂ ਬਾਅਦ ਮੈਂ ਆਪਣੇ ਰਿਲੇਟਿਵਸ ਨੇ, ਜਿੱਦਾਂ ਮੈਨੂੰ ਉਹਨਾਂ ਨੇ ਗਾਈਡ ਕੀਤਾ, ਉਹ ਕਹਿੰਦੇ ਕਿ ਤੁਸੀਂ ਮਿਨਿਸਟਰੀ ਨਾਲ ਗੱਲ ਕਰੋ, ਬਿਕੋਜ਼ ਹੋ ਸਕਦਾ ਉਹ ਤੁਹਾਡੀ ਹੈਲਪ ਕਰ ਦੇਣ। ਮੈਂ ਬੜੀ ਮੁਸ਼ਕਿਲ ਨਾਲ ਮਿਨਿਸਟਰੀ ਦਾ ਨੰਬਰ ਲੱਭਿਆ ਔਨਲਾਈਨ ਰਜਾਈਨਾ ਦੇ ਵਿੱਚ, ਅਤੇ ਉਹਨਾਂ ਨਾਲ ਗੱਲ ਕੀਤੀ। ਉਹਨਾਂ ਨੇ ਵੀ ਹੱਥ ਖੜੇ ਕਰ ਲਏ। ਦੇ ਸੈਡ ਕਿ ਵੀ ਡੋਂਟ ਹੈਵ ਦਾ ਅਥੋਰਿਟੀ। ਇੱਕ ਕੈਨੇਡਾ ਦੇ ਵਿੱਚ ਜਿਹੜਾ ਡਰੋਬੈਕ ਆ ਉਹ ਇਹ ਆ ਕਿ ਇਹ ਇੱਕ ਦੂਸਰੇ ਨਾਲ ਫ਼ੋਨ 'ਤੇ ਗੱਲ ਨਹੀਂ ਕਰਦੇ। ਇੱਕ ਆਫਿਸ ਆ ਜਿਹੜਾ ਕੋਈ ਵੀ, ਉਹ ਦੂਸਰੇ ਆਫਿਸ ਦੇ ਬੰਦਿਆਂ ਨਾਲ ਫ਼ੋਨ 'ਤੇ ਗੱਲ ਨਹੀਂ ਕਰਦੇ ਹੈਗੇ। ਬਟ ਉਹ ਤੁਹਾਡੇ ਲਈ ਟਰਬਲਸਮ ਹੋ ਜਾਂਦਾ ਵਾ, ਕਿਉਂਕਿ ਜਦੋਂ ਵੀ ਆਪਾਂ ਕਿਸੇ ਨਵੀਂ ਜਗ੍ਹਾ 'ਤੇ ਜਾਂਦੇ ਹਾਂ ਤਾਂ ਆਪਾਂ ਨੂੰ ਜਿਹੜਾ ਡਾਕੂਮੈਂਟਸ ਵਾਲਾ ਵਰਕ ਆ ਉਹ ਜਲਦੀ ਹੋਵੇ, ਉਹ ਆਪਣੇ ਲਈ ਬੈਟਰ ਹੁੰਦਾ। ਬਟ ਮੇਰੇ ਨਾਲ ਇੱਦਾਂ ਨਹੀਂ ਹੋ ਰਿਹਾ ਸੀ। ਸੋ ਮੈਂ 2 ਵਾਰੀ ਮਿਨਿਸਟਰੀ 'ਚ ਵੀ ਕਾਲ ਕੀਤੀ, ਮੈਨੂੰ ਉੱਥੋਂ ਵੀ ਕੋਈ ਮੇਲ ਜਾਂ ਕੋਈ ਨੰਬਰ ਨਹੀਂ ਮਿਲਿਆ ਜਿਹਦੇ 'ਤੇ ਮੈਂ ਕਿਸੇ ਇਮੀਗ੍ਰੇਸ਼ਨ ਆਫਿਸਰ ਨਾਲ ਗੱਲ ਕਰ ਸਕਾਂ। ਫਿਰ ਮੈਂ 4th ਟਾਈਮ ਫਿਰ ਸਰਵਿਸ ਕੈਨੇਡਾ ਦੇ ਆਫਿਸ ਗਈ। ਦੇਖੋ ਮੈਂ ਬਹੁਤ ਟਾਈਮ ਵੇਸਟ ਕੀਤਾ। ਮੈਨੂੰ ਲੱਗਦਾ ਸਾਨੂੰ 2.5 ਮੰਥ ਲੱਗ ਗਏ ਸੀਗੇ, 2.5 to 3 months ਸਿਰਫ COPR ਅਪਡੇਟ ਕਰਾਉਂਦੇ ਬਿਕੋਜ਼ ਆਫ ਦ ਲੈਕ ਆਫ ਪ੍ਰੋਪਰ ਗਾਈਡੈਂਸ, ਹੈ ਨਾ। ਜਾਂ ਫਿਰ ਕਹਿ ਸਕਦੇ ਹੋ ਕਿ ਜਿਨ੍ਹਾਂ ਨਾਲ ਵੀ ਮੇਰੀ ਗੱਲ ਹੋ ਰਹੀ ਸੀਗੀ ਉਹਨਾਂ ਨੂੰ ਵੀ ਨੌਲੇਜ ਘੱਟ ਸੀ ਇਹ ਚੀਜ਼ਾਂ ਦੀ, ਅਤੇ ਉਹ ਜਲਦੀ ਕੰਮ ਕਰਵਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਸੀ। ਫਿਰ ਮੈਂ ਜਦੋਂ 4th ਟਾਈਮ ਸਰਵਿਸ ਕੈਨੇਡਾ ਦੇ ਆਫਿਸ ਗਈ, ਮੈਂ ਕਾਫੀ ਜ਼ਿਆਦਾ ਫਰਸਟਰੇਟ ਹੋ ਗਈ ਸੀ, ਕਿਉਂਕਿ ਮੈਨੂੰ ਬੇਟੀ ਦੇ ਨਾਲ ਬਾਰ-ਬਾਰ ਜਾਣਾ ਪੈ ਰਿਹਾ ਸੀ ਬੱਸਿਸ ਦੇ ਵਿੱਚ। 40 to 45 ਮਿੰਟਸ ਦਾ ਰਸਤਾ ਸੀ, ਉਹ ਕਾਫੀ ਪਰੇਸ਼ਾਨ ਕਰਦੀ ਸੀ ਮੈਨੂੰ। ਦੈਨ ਮੈਂ ਉਹਨਾਂ ਨੂੰ ਜਾ ਕੇ ਪੁੱਛਿਆ ਕਿ ਤੁਹਾਡੇ ਕੋਲ ਇੰਨੀ ਕੁ ਤਾਂ ਅਥੋਰਿਟੀ ਹੋਊਗੀ ਕਿ ਤੁਸੀਂ ਐਟਲੀਸਟ ਆਪਣੇ ਹੈੱਡ ਆਫਿਸ ਜਿਹੜਾ ਵੀ ਤੁਹਾਨੂੰ ਕੰਟਰੋਲ ਕਰ ਰਿਹਾ ਉਹਨਾਂ ਦੇ ਨਾਲ ਗੱਲ ਕਰ ਸਕੋ, ਜਾਂ ਇਮੀਗ੍ਰੇਸ਼ਨ ਆਫਿਸਰ ਨਾਲ ਗੱਲ ਕਰ ਸਕੋ। ਬਟ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀਗਾ ਕਿ ਸਾਡਾ ਹੈੱਡ ਆਫਿਸ ਕਿੱਥੇ ਆ, ਜੋ ਕਿ ਅਗੇਨ ਇੱਕ ਸ਼ੌਕਿੰਗ ਜੀ ਸੀਗੀ ਮੇਰੇ ਲਈ। ਸੋ ਮੈਂ ਫਿਰ ਵਾਪਸ ਆਈ। ਮੈਨੂੰ ਬਸ ਉਹਨਾਂ ਨੇ ਸਿਰਫ ਇੰਨਾ ਕਿਹਾ ਕਿ ਸਾਡਾ ਕੰਮ ਨਹੀਂ ਹੈਗਾ, ਤੁਹਾਨੂੰ ਇਮੀਗ੍ਰੇਸ਼ਨ ਨਾਲ ਹੀ ਗੱਲ ਕਰਨੀ ਪੈਣੀ ਆ। ਉਸ ਤੋਂ ਬਾਅਦ ਜਦੋਂ ਅਸੀਂ 4th ਟਾਈਮ ਇਮੀਗ੍ਰੇਸ਼ਨ ਦਾ ਜਿਹੜਾ ਨੰਬਰ ਸਾਨੂੰ ਦਿੱਤਾ ਸੀਗਾ ਸਰਵਿਸ ਕੈਨੇਡਾ ਤੋਂ ਜੋ ਮਿਲਿਆ ਸੀ, ਅਸੀਂ ਉਹਦੇ 'ਤੇ ਕਾਲ ਕੀਤੀ, ਉਹਨਾਂ ਨੂੰ ਰਿਕੁਐਸਟ ਕੀਤੀ ਕਿ ਕੀ ਸਾਨੂੰ ਪ੍ਰੋਬਲਮਸ ਆ ਰਹੀਆਂ ਨੇ, ਜਾਂ ਕਿਉਂ ਅਸੀਂ ਇਹ ਜਲਦੀ ਕਰਵਾਉਣਾ ਚਾਹੁੰਦੇ ਹਾਂ, ਬਿਕੋਜ਼ 2-2.5 ਮਹੀਨੇ ਆਲਰੇਡੀ ਨਿਕਲ ਚੁੱਕੇ ਸੀ। ਫਿਰ ਉਹਨਾਂ ਨੇ ਸਾਨੂੰ ਕਿਹਾ ਕਿ ਮੈਂ CBSA ਨੂੰ ਮੇਲ ਕਰਤੀ ਆ, ਅਤੇ CBSA ਤੋਂ ਤੁਹਾਨੂੰ ਇੱਕ ਮੇਲ ਆਊਗੀ, ਜੋ ਵੀ ਉਹ ਤੁਹਾਨੂੰ ਪੁੱਛਣਗੇ ਉਹ ਦੱਸਿਓ। ਅਸੀਂ ਮੇਰੇ ਖਿਆਲ 'ਚ ਜਿਵੇਂ ਅਸੀਂ ਅੱਜ ਜੇ ਕਰਿਆ ਗੱਲ ਕੀਤੀ ਆ, ਤਾਂ ਕੱਲ੍ਹ ਮੋਰਨਿੰਗ ਦੇ ਵਿੱਚ ਸਾਨੂੰ ਜਿਹੜੀ ਆ ਮੇਲ ਆਈ CBSA ਤੋਂ। ਉਹਨਾਂ ਨੇ ਮੇਰੇ ਕੋਲ ਜਿਹੜੀ ਕਾਪੀ ਸੀਗੀ ਮੇਰੀ COPR ਦੀ, ਜਿਹਦੇ 'ਤੇ ਸਿਗਨੇਚਰ ਐਂਡ ਸਟੈਂਪ ਦੋਨੋਂ ਹੀ ਸੀਗੇ, ਉਹ ਮੇਰੇ ਤੋਂ ਮੰਗੀ। ਮੈਂ ਉਹ ਦਿੱਤੀ ਸਕੈਨ ਕਰਕੇ ਉਹਨਾਂ ਨੂੰ, ਉਹੀ ਮੇਲ 'ਤੇ ਜਿਹੜਾ ਰਿਵਰਟ ਬੈਕ ਕੀਤਾ, ਅਤੇ ਨਾਲ ਆਪਦੇ ਪਾਸਪੋਰਟ ਦੀ ਫੋਟੋ ਖਿੱਚ ਕੇ ਭੇਜੀ ਸਕੈਨ ਕਰਕੇ, ਜਿਹਦੇ ਵਿੱਚ ਕਿ ਸਟੈਂਪ ਲੱਗੀ ਹੋਈ ਸੀ ਵੀ ਮੈਂ ਕਿੰਨੀ ਤਰੀਕ ਨੂੰ ਕੈਨੇਡਾ ਲੈਂਡ ਕੀਤੀਆਂ। ਦੇਖੋ ਕੰਮ ਬਹੁਤ ਛੋਟਾ ਸੀਗਾ, ਪਰ ਉਹਦੇ ਵਿੱਚ ਟਾਈਮ ਵੇਸਟ ਹੋਇਆ, ਕਿਉਂਕਿ ਸਾਨੂੰ ਨਹੀਂ ਪਤਾ ਸੀ ਕਿ ਕਿਹੜੀ ਅਥੋਰਿਟੀ ਕੋਲ ਇਹ ਪਾਵਰ ਆ, ਕਿਹੜਾ ਡਿਪਾਰਟਮੈਂਟ ਆ ਜਿਹੜਾ ਇਸ ਕੰਮ ਨੂੰ ਕਰ ਸਕਦਾ। ਅਸੀਂ ਮਤਲਬ ਇਹ ਗੱਲਾਂ ਦੱਸਣ ਨੂੰ ਕਾਫੀ ਈਜ਼ੀ ਲੱਗ ਰਹੀਆਂ ਨੇ, ਬਟ ਜਦੋਂ ਤੁਸੀਂ ਇਸ ਪ੍ਰੋਸੈਸ ਤੋਂ ਜਾਂਦੇ ਹੋ ਕਾਫੀ ਮੁਸ਼ਕਿਲ ਹੋ ਜਾਂਦਾ, ਅਤੇ ਤੁਹਾਨੂੰ ਇਹ ਸਭ ਕੁਝ ਕਰਨ ਦੀ ਲੋੜ ਨਹੀਂ, ਤੁਸੀਂ ਉਸ ਨੰਬਰ 'ਤੇ ਹੀ ਬਾਰ-ਬਾਰ ਕਾਲ ਕਰਨੀ ਆ।
ਉਹਨਾਂ ਨੂੰ ਕਾਲ ਕਰਕੇ, ਉਹ ਨੰਬਰ ਆਨਲਾਈਨ ਪਏ ਨੇ ਵੀ ਜੇ ਤੁਸੀਂ ਇਮੀਗ੍ਰੇਸ਼ਨ ਦੇ ਰਿਲੇਟਡ ਕੋਈ ਵੀ ਗੱਲ ਕਰਨੀ ਆ ਤਾਂ ਤੁਹਾਨੂੰ ਆਨਲਾਈਨ ਨੰਬਰ ਮਿਲ ਜਾਣਗੇ। ਉਹਨਾਂ ਨੂੰ ਬਾਰ-ਬਾਰ ਕਾਲ ਕਰਕੇ ਉਹਨਾਂ ਨੂੰ ਆਪਣੀ ਪ੍ਰੋਬਲਮ ਦੱਸਣੀ ਆ ਤੇ ਕੋਸ਼ਿਸ਼ ਕਰਨੀ ਆ ਕਿ ਜਲਦੀ ਤੋਂ ਜਲਦੀ ਉਹ ਤੁਹਾਡਾ ਕੰਮ ਕਰ ਦੇਣ। ਸੋ ਸਿੰਪਲ ਸਟੈਪ ਸੀਗਾ। ਜਦੋਂ ਅਸੀਂ ਉਹਨਾਂ ਨੂੰ ਭੇਜਤੀ ਆਪਣੀ COPR ਤੇ ਮੇਰੇ ਪਾਸਪੋਰਟ ਦੀ ਜਿਹੜੀ ਕਾਪੀ ਆ ਸਕੈਨ ਕਰਕੇ ਭੇਜਤੀ, ਤਾਂ 1-2 ਦਿਨ ਬਾਅਦ ਹੀ ਸਾਨੂੰ ਮੇਲ ਆ ਜਾਂਦੀ ਆ ਵੀ ਤੁਹਾਡੀ ਜਿਹੜੀ COPR ਆ ਉਹ ਅਪਡੇਟ ਹੋ ਚੁੱਕੀ ਆ। ਸੋ ਦੈਟ ਵਾਜ਼ ਅ ਸਾਈ ਆਫ ਰਿਲੀਫ ਫॉर ਅਸ। ਤੇ ਦੈਨ ਇੱਦਾਂ ਹੀ ਮੈਨੂੰ SIN ਨੰਬਰ ਮਿਲਿਆ। 2-3 ਵਾਰ ਕਾਲ ਕਰਨੀ ਪਈ ਮੈਨੂੰ ਸਰਵਿਸ ਕੈਨੇਡਾ ਦੇ ਜਿਹੜੇ ਕਾਲ ਸੈਂਟਰ ਆ ਉਹਦੇ 'ਤੇ। ਉਸ ਤੋਂ ਬਾਅਦ ਮੈਂ ਸਰਵਿਸ ਕੈਨੇਡਾ ਵਿਜ਼ਿਟ ਨਹੀਂ ਕੀਤਾ, ਮੈਂ फ़ੋਨ 'ਤੇ ਹੀ ਗੱਲ ਕੀਤੀ। ਥੋੜ੍ਹੀ ਜਿਹੀ ਵੇਟਿੰਗ ਜ਼ਿਆਦਾ ਹੋਣ ਕਰਕੇ ਪ੍ਰੋਬਲਮ ਆਉਂਦੀ ਆ ਬੱਚੇ ਦੇ ਨਾਲ। ਕਈ ਵਾਰ ਆਪਾਂ ਗੱਲ ਨਹੀਂ ਕਰ ਪਾਉਂਦੇ, ਬਟ ਜੇ ਤੁਹਾਡਾ ਕੋਈ ਜਿਵੇਂ ਤੁਹਾਡਾ ਸਪਾਊਸ ਆ ਉਹ ਤੁਹਾਡੇ ਬਿਹਾਫ 'ਤੇ ਗੱਲ ਕਰ ਸਕਦਾ। ਮੰਨ ਲਓ ਤੁਹਾਨੂੰ 2-2.5 ਘੰਟੇ ਵੇਟ ਕਰਨੀ ਪੈ ਰਹੀ ਆ, ਤੁਸੀਂ ਨਹੀਂ ਕਰ ਪਾ ਰਹੇ, ਬੱਚਾ ਪਰੇਸ਼ਾਨ ਕਰ ਰਿਹਾ ਵਾ ਜਾਂ ਤੁਸੀਂ ਗੱਲ ਨਹੀਂ ਕਰ ਪਾਉਂਦੇ, ਤਾਂ ਤੁਸੀਂ ਆਪਣੇ ਸਪਾਊਸ ਨੂੰ ਕਹਿ ਸਕਦੇ ਹੋ ਤੁਹਾਡੇ ਬਿਹਾਫ 'ਤੇ, ਜਾਂ ਤੁਹਾਡਾ ਕੋਈ ਹੋਰ ਫੈਮਿਲੀ ਮੈਂਬਰ ਜੇ ਉਹਨਾਂ ਨੂੰ ਇੰਗਲਿਸ਼ ਆਉਂਦੀ ਆ ਤਾਂ ਉਹ ਤੁਹਾਡੇ ਬਿਹਾਫ 'ਤੇ ਗੱਲ ਕਰ ਸਕਦੇ ਨੇ। ਉਹਦੇ ਵਿੱਚ ਤੁਹਾਨੂੰ ਬਸ ਇੰਨਾ ਕੁ ਕਰਨਾ ਪਊਗਾ ਕਿ ਜਿਹੜਾ ਵੀ ਆਫਿਸਰ ਜਾਂ ਜਿਹੜਾ ਵੀ ਅਟੈਂਡੈਂਟ ਤੁਹਾਡੇ ਨਾਲ ਗੱਲ ਕਰੂਗਾ ਉਹ ਤੁਹਾਡੀ ਪਰਮਿਸ਼ਨ ਲੈਣਗੇ, ਅਤੇ ਤੁਹਾਨੂੰ ਸਿਰਫ ਇੰਨਾ ਕੁ ਕਹਿਣਾ ਪੈਣਾ ਕਿ ਯੈਸ ਇਹ ਮੇਰਾ ਸਪਾਊਸ ਆ ਜਾਂ ਇਹ ਮੇਰਾ ਫੈਮਿਲੀ ਮੈਂਬਰ ਆ, ਬ੍ਰਦਰ ਆ, ਸਿਸਟਰ ਆ, ਅਤੇ ਮੈਂ ਇਹਨਾਂ ਨੂੰ ਅਥੋਰਿਟੀ ਦਿੱਤੀ ਆ ਕਿ ਮੇਰੇ ਬਿਹਾਫ 'ਤੇ ਗੱਲ ਕਰ ਲੈਣ, ਬਿਕਾਜ਼ ਮੈਂ ਗੱਲ ਨਹੀਂ ਕਰ ਪਾ ਰਹੀ। ਸੋ ਮੇਰੇ ਹਸਬੈਂਡ ਨੇ ਗੱਲ ਕੀਤੀ ਸੀਗੀ ਜੀ, ਮੈਨੂੰ ਪਹਿਲਾਂ 2 ਵਾਰੀ ਨਹੀਂ ਪਤਾ ਸੀਗਾ, ਉਸ ਤੋਂ ਬਾਅਦ 3rd-4th ਟਾਈਮ ਜਦੋਂ ਮੈਂ ਕਾਲ ਕੀਤੀ ਤਾਂ ਉਹਨਾਂ ਨੇ ਗੱਲ ਕੀਤੀ ਅਤੇ ਉਹਨਾਂ ਨੇ ਹੀ ਸਾਰੀ ਪ੍ਰੋਬਲਮ ਉਹਨਾਂ ਨੂੰ ਸਮਝਾਈ, ਅਤੇ ਜੋ ਵੀ ਸਾਡੀ ਪ੍ਰੋਬਲਮ ਸੀਗੀ ਸਾਡੀ COPR ਦੀ, SIN ਦੀ, ਉਹ ਸੋਲਵ ਹੋ ਗਈ। ਸੋ ਇਹ ਸਟੈਪਸ ਨੇ ਜਿਹੜੇ ਅਸੀਂ ਕੀਤੇ, ਪਰ ਬਹੁਤ ਲੰਬੇ ਸੀਗੇ। ਅਤੇ ਤੁਸੀਂ ਆਪਣਾ ਟਾਈਮ ਸੇਵ ਕਰਨਾ, ਸਿਰਫ ਇੱਕ ਨੰਬਰ 'ਤੇ ਕਾਲ ਕਰਨੀ ਆ ਜੇ ਤੁਹਾਨੂੰ ਕਿਸੇ ਵੀ ਹੋਰ ਡਾਕੂਮੈਂਟ ਦੇ ਰਿਲੇਟਡ ਕੋਈ ਪ੍ਰੋਬਲਮ ਆਉਂਦੀ ਆ ਜਾਂ COPR ਅਪਡੇਟ ਕਰਨ 'ਚ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਬੇਝਿਜਕ ਸਾਨੂੰ ਪੁੱਛ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜਲਦੀ ਤੋਂ ਜਲਦੀ ਤੁਹਾਨੂੰ ਰਿਪਲਾਈ ਕਰੀਏ ਤਾਂ ਕਿ ਜਿਸ ਤਰ੍ਹਾਂ ਸਾਡਾ ਟਾਈਮ ਵੇਸਟ ਹੋਇਆ ਉਸ ਤਰ੍ਹਾਂ ਤੁਹਾਡਾ ਟਾਈਮ ਨਾ ਵੇਸਟ ਹੋਵੇ। ਇੱਕ ਹੋਰ ਚੀਜ਼ ਜਿਹਦਾ ਤੁਸੀਂ ਧਿਆਨ ਰੱਖਣਾ ਉਹ ਇਹ ਆ ਕਿ ਜਦੋਂ ਤੁਸੀਂ ਕੈਨੇਡਾ ਦੇ ਏਅਰਪੋਰਟ 'ਤੇ ਲੈਂਡ ਕਰ ਰਹੇ ਹੋ ਤਾਂ ਜਿਹੜੇ ਵੀ ਆਫਿਸਰ ਤੁਹਾਡੀਆਂ ਇਮੀਗ੍ਰੇਸ਼ਨ ਦੀਆਂ ਫਾਰਮੈਲਿਟੀਜ਼ ਨੂੰ ਕਰ ਰਹੇ ਆ ਉਹਨਾਂ ਨੂੰ ਬਾਰ-ਬਾਰ ਪੁੱਛੋ ਕਿ ਕਿਹੜੇ ਡਾਕੂਮੈਂਟਸ ਆ ਜਿਹੜੇ ਕਿ ਅਸੀਂ ਆਪਣੇ ਕੋਲ ਰੱਖਣੇ ਨੇ, ਕੋਈ ਹੋਰ ਡਾਕੂਮੈਂਟ ਤਾਂ ਨਹੀਂ ਚਾਹੀਦਾ, ਅਤੇ ਉੱਥੇ ਅਵੇਅਰ ਰਹੋ। ਅਸੀਂ ਵੀ ਧਿਆਨ ਦਿੱਤਾ ਸੀਗਾ, ਸਾਨੂੰ ਪਤਾ ਸੀ ਕਿ ਸਿਗਨੇਚਰਸ ਹੋਣੇ ਬਹੁਤ ਜ਼ਰੂਰੀ ਆ ਆਫਿਸਰ ਦੇ, ਉਹ ਚੀਜ਼ ਅਸੀਂ ਪੁੱਛ ਲਈ ਸੀ, ਬਟ ਇੱਥੇ ਮਿਸਟੇਕ ਆਫਿਸਰ ਦੀ ਸੀਗੀ ਨੋ ਡਾਊਟ, ਕਿਉਂਕਿ ਇਹ ਕੰਮ ਉਹਨਾਂ ਦਾ ਸੀਗਾ, COPR ਉਹਨਾਂ ਨੇ ਅਪਡੇਟ ਕਰਨੀ ਸੀ, ਬਟ ਚਲੋ ਨਹੀਂ ਹੋਇਆ, ਸਾਨੂੰ ਪ੍ਰੋਬਲਮ ਹੋਈ, ਉਹ ਸੋਲਵ ਵੀ ਹੋ ਗਈ। ਪਰ ਤੁਸੀਂ ਆਪਣਾ ਧਿਆਨ ਰੱਖਣਾ ਵਾ ਕਿ ਇੱਦਾਂ ਦੀ ਮਿਸਟੇਕ ਵੈਸੇ ਤਾਂ ਨਾ ਹੀ ਹੋਵੇ ਤਾਂ ਚੰਗੀ ਗੱਲ ਆ, ਜੇ ਹੁੰਦੀ ਆ ਤਾਂ ਤੁਸੀਂ ਜੋ ਵੀ ਸਟੈਪਸ ਮੈਂ ਦੱਸ ਰਹੀ ਹਾਂ ਉਹਨਾਂ ਨੂੰ ਫੋਲੋ ਕਰੋ। ਅਵੇਅਰ ਹੋਣਾ ਬਹੁਤ ਜ਼ਰੂਰੀ ਆ। ਜੇ ਤੁਸੀਂ ਕਿਸੇ ਹੋਰ ਬੇਸਿਸ 'ਤੇ ਚੱਲੇ ਹੋ, ਤੁਸੀਂ ਸਟੂਡੈਂਟ ਹੋ ਜਾਂ ਤੁਸੀਂ ਵਰਕ ਪਰਮਿਟ 'ਤੇ ਚੱਲੇ ਹੋ, ਤਾਂ ਉਸ ਟਾਈਮ ਤੁਹਾਨੂੰ ਜਿਹੜੇ ਡਾਕੂਮੈਂਟ ਸਬਮਿਟ ਕਰਨ ਦੀ ਲੋੜ ਆ ਉਹਨਾਂ ਦਾ ਵੀ ਤੁਸੀਂ ਧਿਆਨ ਰੱਖਣਾ ਵਾ, ਕਿਉਂਕਿ ਇਹ ਬਹੁਤ ਜ਼ਰੂਰੀ ਚੀਜ਼ ਹੁੰਦੀ ਆ। ਅਤੇ ਸੈਕਿੰਡ, ਤੁਹਾਡੇ ਪਾਸਪੋਰਟ 'ਤੇ ਸਟੈਂਪ ਜ਼ਰੂਰ ਹੋਣੀ ਚਾਹੀਦੀ ਆ ਲੈਂਡ ਕਰਨ ਵੇਲੇ। ਹੁਣ ਜੇ ਮੇਰੇ ਪਾਸਪੋਰਟ 'ਤੇ ਬਾਈ ਚਾਂਸ ਉਹ ਸਟੈਂਪ ਨਾ ਹੁੰਦੀ ਤਾਂ ਹੋ ਸਕਦਾ ਕਿ ਸ਼ਾਇਦ ਮੈਨੂੰ ਕੈਨੇਡਾ ਤੋਂ ਬਾਹਰ ਆ ਕੇ ਦੁਬਾਰਾ ਇੰਡੀਆ ਤੋਂ ਜਿਹੜਾ ਕੈਨੇਡਾ ਜਾਣਾ ਪੈਂਦਾ ਅਤੇ ਉੱਥੇ ਦੁਬਾਰਾ ਆਪਣੀ ਐਂਟਰੀ ਕਰਵਾਉਣੀ ਪੈਂਦੀ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼ ਆ ਜਿਹਦਾ ਕਿ ਤੁਸੀਂ ਖਾਸ ਧਿਆਨ ਰੱਖਣਾ। ਜੇ ਵੀਡੀਓ ਚੰਗੀ ਲੱਗੀ ਹੋਵੇ ਅਤੇ ਕੁਝ ਇਨਫੋਰਮੇਸ਼ਨ ਮਿਲੀ ਹੋਵੇ ਇਹਦੇ ਤੋਂ, ਤਾਂ ਪਲੀਜ਼ ਇਹਨੂੰ ਲਾਈਕ ਐਂਡ ਸ਼ੇਅਰ ਕਰਨਾ ਨਾ ਭੁੱਲਿਓ, ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਥੈਂਕ ਯੂ ਸੋ ਮਚ।